Good morning, friends. I am Rajneesh Popi from DAV College. ਸਾਨੂੰ ਪਤਾ ਹੈ ਕਿ ਤੁਹਾਡੇ ਪੇਪਰ ਜਿਹੜੇ ਨੇ 21 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਔਰ ਉਸ ਦੇ ਬਾਰੇ ਬਹੁਤ ਸਾਰੀਆਂ ਕੁਐਰੀਜ਼ ਤੁਹਾਡੇ ਦੋਸਤਾਂ ਦੀਆਂ ਹੈਗੀਆਂ. ਸੋ ਦਿਸ ਇਜ਼ ਅ ਵੈਰੀ ਸਿੰਪਲ ਪ੍ਰੋਸੀਜਰ ਫॉर ਯੂ ਟੂ ਫੋਲੋ. ਤੁਸੀਂ ਇਹਨਾਂ ਸਟੈਪਸ ਨੂੰ ਫੋਲੋ ਕਰਨਾ ਤਾਂ ਕਿ ਤੁਹਾਨੂੰ ਕਿਤੇ ਵੀ ਕੋਈ ਦਿੱਕਤ ਨਾ ਆਵੇ. ਇਹ ਜਿਹੜਾ 8 ਸਟੈਪਸ ਦਾ ਪ੍ਰੋਸੀਜਰ ਹੈ ਇਹ ਅਟੈਂਡੈਂਸ ਤੋਂ ਸ਼ੁਰੂ ਹੋਏਗਾ ਤੇ PDF ਫਾਈਲ ਦੀ ਅਪਲੋਡਿੰਗ ਤੇ ਮੁੱਕੇਗਾ ਜਾ ਕੇ. I request madam to tell you the first step in English. Good morning, students. So the very first step is before the commencement of exam, 30 minutes before, you have to come come online and start your WhatsApp and mark your attendance. बेटा जिस दिन थोड़ा पेपर हैगा उस दिन तुसी 30 मिनट पहले अपने WhatsApp ग्रुप से चले जाना. अपनी अटेंडेंस मार्क करनी है ਉਹਦੇ ਤੇ. ਕਿਵੇਂ ਕਰਨੀ ਹੈ? ਆਪਣਾ ਨਾਮ ਤੇ ਰੋਲ ਨੰਬਰ. ਜਿਵੇਂ ਕਿਸੇ ਦਾ ਨਾਮ ਸਵਿਤਾ ਹੈ ਉਹਨੇ ਨਾਮ ਲਿਖਤਾ ਤੇ ਆਪਣਾ ਰੋਲ ਨੰਬਰ ਲਿਖਤਾ. ਕੁਝ ਨਹੀਂ ਹੋਰ ਕਰਨਾ. ਆਪਣੇ WhatsApp ਗਰੁੱਪ ਤੇ ਜਾਣਾ 30 ਮਿੰਟ ਪਹਿਲਾਂ, ਘੱਟੋ ਘੱਟ 30 ਮਿੰਟ ਪਹਿਲਾਂ. ਜਿਵੇਂ ਤੁਹਾਡਾ 8 ਵਜੇ ਪੇਪਰ ਹੈ 7:30 ਵਜੇ ਜਾਓ, ਆਪਣਾ ਨਾਮ ਔਰ ਆਪਣਾ ਰੋਲ ਨੰਬਰ ਉਹਦੇ ਤੇ ਲਿਖ ਦਿਓ. This is your attendance and you must do it before you start your paper. Fine. Students, we will be having 2 platforms. Basically, we are having emails. So you will be receiving your question papers on your email from the superintendent side 15 minutes before the start of the exam. So you have to download that from the email, and you will also be receiving the same on the WhatsApp group. If somebody is facing problem in email, one can download it from the WhatsApp group. ਤੁਹਾਨੂੰ ਪਤਾ ਕਿ ਆਨਲਾਈਨ ਪੇਪਰ ਹੈਗਾ ਔਰ ਯੂਨੀਵਰਸਿਟੀ ਨੇ ਤੁਹਾਨੂੰ ਜਿਹੜੇ ਕੁਐਸਚਨ ਪੇਪਰਸ ਹੈਗੇ ਨੇ ਤੁਹਾਡੀ ਮੇਲ ਤੇ ਭੇਜਣੇ ਆ. ਉਹ ਸਾਡੇ ਰਾਹੀਂ ਆਣੇ ਆ ਤੁਹਾਡੇ ਕੋਲੇ ਔਰ ਸਾਨੂੰ ਡਰ ਹੈਗਾ ਕਿ ਸ਼ਾਇਦ ਕਈ ਬੱਚਿਆਂ ਦੀਆਂ ਮੇਲਸ ਉਸ ਦਿਨ ਕੰਮ ਨਾ ਕਰਨ. ਇਸ ਕਰਕੇ ਤੁਹਾਡੇ WhatsApp ਗਰੁੱਪ ਦੇ ਉੱਤੇ ਤੁਹਾਡਾ ਪੇਪਰ 15 ਮਿੰਟ ਪਹਿਲੇ ਆ ਜਾਏਗਾ. ਤੁਹਾਨੂੰ ਮੇਲ ਤੇ ਵੀ ਆ ਜਾਏਗਾ 15 ਮਿੰਟ ਪਹਿਲੇ. ਅਗਰ ਨਾ ਆਇਆ ਘਬਰਾਉਣਾ ਨਹੀਂ. ਤੁਹਾਡੇ WhatsApp ਗਰੁੱਪ ਦੇ ਉੱਤੇ ਤੁਹਾਡਾ ਪੇਪਰ ਜਿਹੜਾ ਹੈਗਾ ਉਸ ਦਿਨ ਦਾ 15 ਮਿੰਟ ਪਹਿਲੇ ਮੇਲ ਤੇ ਵੀ ਪੈ ਜਾਏਗਾ, ਤੁਹਾਡੇ WhatsApp ਗਰੁੱਪ ਤੇ ਵੀ ਪੈ ਜਾਏਗਾ. ਉੱਥੋਂ ਤੁਸੀਂ ਉਹਨੂੰ ਡਾਊਨਲੋਡ ਕਰਕੇ ਓਪਨ ਕਰਕੇ ਆਪਣਾ ਜਿਹੜਾ ਇਮਤਿਹਾਨ ਦਾ ਪ੍ਰੋਸੀਜਰ ਹੈ ਸ਼ੁਰੂ ਕਰਨਾ. ਸਭ ਤੋਂ ਪਹਿਲੇ ਤੁਸੀਂ ਕੀ ਕਰਨਾ ਕਿ ਟਾਈਟਲ ਪੇਜ ਜਿਹੜਾ ਹੈਗਾ ਉਹਨੂੰ ਭਰਨਾ. ਟਾਈਟਲ ਪੇਜ ਦੀ ਇੱਕ ਕਾਪੀ ਅਸੀਂ ਤੁਹਾਨੂੰ PDF ਫਾਰਮ ਦੇ ਵਿੱਚ ਭੇਜ ਰਹੇ ਹਾਂ. ਜਿੰਨੇ ਤੁਹਾਡੇ ਸਬਜੈਕਟ ਹੈਗੇ ਨੇ, ਜਿਵੇਂ 6 ਸਬਜੈਕਟ ਹੈਗੇ ਨੇ, ਉਹਨੇ ਤੁਸੀਂ ਟਾਈਟਲ ਪੇਜਸ ਪ੍ਰਿੰਟ ਆਊਟਸ ਲੈ ਲਓ ਔਰ ਉਹ ਟਾਈਟਲ ਪੇਜ ਹਰ ਇਮਤਿਹਾਨ ਦੇ ਵਿੱਚ ਤੁਸੀਂ ਇਸਤੇਮਾਲ ਕਰਨਾ. ਇੱਕ ਵਾਰ ਨਹੀਂ ਕਰਨਾ. ਜਦੋਂ ਵੀ ਤੁਸੀਂ ਇਮਤਿਹਾਨ ਦੇਣਾ ਆਨਸਰ ਸ਼ੀਟਸ ਤੋਂ ਪਹਿਲੇ ਟਾਈਟਲ ਪੇਜ ਲਗਾਣੇ ਆ. ਹੁਣ ਤੁਹਾਨੂੰ ਮੈਂ ਦੱਸ ਦਵਾਂ ਕਿ ਸਭ ਤੋਂ ਜ਼ਿਆਦਾ ਕੁਐਰੀ ਜਿਹੜੀ ਹੈਗੀ ਹੈ ਉਹ ਤੁਹਾਡੀ ਆਨਸਰ ਸ਼ੀਟਸ ਦੇ ਬਾਰੇ ਹੈਗੀ ਹੈ. ਕੁਝ ਬੱਚਿਆਂ ਨੂੰ ਕਨਫਿਊਜ਼ਨ ਹੈ ਕਿ ਪਲੇਨ ਇਸਤੇਮਾਲ ਕਰਨੀ ਹੈ ਜਾਂ ਲਾਈਨਡ ਕਰਨੀ ਹੈ. ਸਿੰਪਲ ਜਿਹੀ ਗੱਲ ਹੈ ਦੋਸਤੋ, A4 ਸ਼ੀਟਸ ਇਸਤੇਮਾਲ ਕਰਨੀ ਹੈ. ਪਲੇਨ ਕਰੋ ਜਾਂ ਲਾਈਨਡ ਕਰੋ, ਤੁਹਾਡੀ ਮਰਜ਼ੀ. ਮੈਂ ਫਿਰ ਰਿਪੀਟ ਕਰ ਰਿਹਾ, ਪਲੇਨ ਕਰੋ ਜਾਂ ਲਾਈਨਡ ਕਰੋ. ਅਗਰ ਤੁਸੀਂ ਲਾਈਨਡ ਸ਼ੀਟਸ ਇਸਤੇਮਾਲ ਕਰਦੇ ਹੋ ਉਹ ਦੂਜੇ ਪਾਸੇ ਲਾਈਨਡ ਨਹੀਂ ਹੁੰਦੀ ਤਾਂ ਤੁਸੀਂ 20 ਸ਼ੀਟਾਂ ਇਸਤੇਮਾਲ ਕਰ ਸਕਦੇ ਹੋ. ਅਗਰ ਤੁਸੀਂ ਪਲੇਨ ਕਰਦੇ ਹੋ ਤੇ ਜਾਂ ਪਲੇਨ ਵੀ ਕਰ ਲਓ ਇੱਕੋ ਪਾਸੇ ਜਾਂ ਪਲੇਨ ਦੇ ਅੱਗੇ ਪਿੱਛੇ ਲਿਖ ਲਓ. ਇਨ ਕੇਸ ਤੁਸੀਂ ਅੱਗੇ ਪਿੱਛੇ ਲਿਖਦੇ ਹੋ ਫਿਰ ਤੁਸੀਂ 10 ਸ਼ੀਟਾਂ ਇਸਤੇਮਾਲ ਕਰ ਸਕਦੇ ਹੋ. ਦੈਟ ਮੀਨਸ ਤੁਹਾਡੀ ਆਨਸਰ ਸ਼ੀਟ ਜਿਹੜੀ ਹੈ ਉਹਦਾ ਪਹਿਲਾ ਸਫਾ ਜਿਹੜਾ ਹੈਗਾ ਉਹ ਟਾਈਟਲ ਪੇਜ ਹੈ ਜਿਹੜਾ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਤੁਹਾਡੀਆਂ ਆਨਸਰ ਸ਼ੀਟਸ ਤੁਹਾਡੀ ਮਰਜ਼ੀ ਹੈ ਪਲੇਨ ਕਰਨੀ ਹੈ ਜਾਂ ਲਾਈਨਡ ਕਰਨੀ ਹੈ. ਮੈਡਮ ਤੁਹਾਨੂੰ ਫਾਰਮੈਟ ਦਿਖਾ ਰਹੇ ਨੇ ਟਾਈਟਲ ਪੇਜ ਦਾ. So students, you will be receiving this paper, this title paper before the exam. So you will be receiving today or tomorrow this paper. You have to take the printout of this sheet and to put in front of your answer sheet in every paper. So in this, see, you have to mention your exam code, your subject code, your date of exam, your roll number in figures, your student's name, class, subject, your signature and your registered mail ID. So only this much you have to fill. Rest is with the examiner, right? So you have to fill all these particulars and you have to put it on the front of your answer sheets. As told by sir, you have to take 20 answer sheets in total. These can be plain sheets or these can be
lined sheets, right? So 20 total sheets you have to take, but all the answer sheets should have few particulars like this. You have to mention on each answer sheet your page number, your subject code, your department, your roll number and your signature. For example, you are using answer sheet number 1, then you have to write 1. If you are using answer sheet number 2, then you have to write here 2. Then subject, which is your subject? Suppose you are having maths paper, then you will write maths. Subject code, suppose it is 14801, you have to write it in bracket. Then your department, I think here economics. it's your stream, whether it can be science, arts or commerce. You write this. Then your roll number, it can be anything, for example, and you have to put your signature in full. You write your full name over here or your signatures, right? So these are the steps or these are the particulars to be mentioned on each sheet. You may write like this. You may write like this. On each answer sheet you have to write. So before start of the exam, you can write these particulars on each answer sheet prior to the exam. I hope ਤੁਹਾਨੂੰ ਕਲੈਰਿਟੀ ਆ ਗਈ ਕਿ ਅਸੀਂ ਪਲੇਨ ਜਾਂ ਲਾਈਨਡ ਸ਼ੀਟਸ ਇਸਤੇਮਾਲ ਕਰ ਸਕਦੇ ਹਾਂ। ਮੰਨ ਲਓ ਤੁਸੀਂ ਪਲੇਨ ਸ਼ੀਟਸ ਇਸਤੇਮਾਲ ਕੀਤੀਆਂ, ਉਹਨਾਂ ਦੇ ਉੱਤੇ ਤੇ ਇਹ ਫਾਰਮੈਟ ਨਹੀਂ ਛਪਿਆ ਹੋਇਆ, ਤੁਸੀਂ ਹੱਥੀਂ ਲਿਖ ਲਓ ਇਹਨੂੰ। ਹੱਥੀਂ ਕੀ ਲਿਖਣਾ? ਪੇਜ ਨੰਬਰ, ਸਬਜੈਕਟ, ਸਬਜੈਕਟ ਕੋਡ, ਡਿਪਾਰਟਮੈਂਟ, ਸਿਗਨੇਚਰ, ਰੋਲ ਨੰਬਰ। ਇਹਦਾ ਇੱਕ PDF ਤੁਹਾਨੂੰ ਮਿਲ ਜਾਏਗਾ। ਤੁਹਾਨੂੰ ਟਾਈਟਲ ਪੇਜ ਦਾ ਵੀ PDF ਮਿਲੇਗਾ ਔਰ ਤੁਹਾਨੂੰ ਆਨਸਰ ਸ਼ੀਟ ਫਾਰਮੈਟ ਦਾ ਵੀ ਮਿਲੇਗਾ। ਸੋ ਅਗਰ ਤੁਹਾਡੇ ਕੋਲ ਲਾਈਨ ਹੈ ਜਾਂ ਤੁਹਾਡੇ ਕੋਲ ਪਲੇਨ ਸ਼ੀਟ ਹੈਗੀ ਹੈ, ਘਬਰਾਣਾ ਨਹੀਂ, ਆ ਚੀਜ਼ਾਂ ਲਿਖ ਦੇਣੀਆਂ, ਤੁਸੀਂ ਲਿਖਣੀਆਂ ਉੱਤੇ ਹੈਗੀਆਂ। ਆਈ ਹੋਪ ਦਿਸ ਇਜ਼ ਕਲੀਅਰ। 20 ਪੇਜਾਂ ਦਾ ਮਤਲਬ ਹੈ 10 ਸ਼ੀਟਾਂ ਅੱਗੇ ਪਿੱਛੇ ਜਾਂ 20 ਸ਼ੀਟਾਂ ਅੱਗੇ ਅੱਗੇ ਅੱਗੇ। ਇਜ਼ ਦੈਟ ਕਲੀਅਰ ਟੂ ਯੂ? ਔਰ ਹਰ ਪੇਜ ਨੂੰ ਨੰਬਰ ਕਰਨਾ ਜ਼ਰੂਰੀ ਹੈ ਕਿਉਂਕਿ ਆ ਪੇਜ ਨੰਬਰ ਲਿਖਿਆ ਹੋਏਗਾ। ਫਾਈਨ। ਸੋ ਦਿਸ ਇਜ਼ ਦ ਸੈਕੰਡ ਸਟੈਪ। ਤੁਹਾਡੇ ਕੋਲ 2 ਘੰਟੇ ਦਾ ਟਾਈਮ ਹੈਗਾ ਟੂ ਰਾਈਟ ਯੋਰ ਆਨਸਰਸ। ਇੱਕ ਹੋਰ ਕੁਐਰੀ ਆ ਰਹੀ ਹੈ, ਸਰ ਜੀ ਅਸੀਂ ਕੈਮਰਾ ਔਨ ਕਰਨਾ ਕਿ ਨਹੀਂ? ਕੋਈ ਕੈਮਰਾ ਵਗੈਰਾ ਔਨ ਨਹੀਂ ਹੋਣਾ, ਨਾ ਤੁਹਾਨੂੰ ਕਿਸੇ ਨੇ ਵੇਖਣਾ, ਰੱਬ ਤੁਹਾਨੂੰ ਵੇਖ ਰਿਹਾ। ਜੋ ਕਰਨਾ ਤੁਸੀਂ ਇਮਾਨਦਾਰੀ ਨਾਲ ਕਰਨਾ, ਆਪਣੇ ਘਰਾਂ ਦੇ ਵਿੱਚ ਬੈਠ ਕੇ ਕਰੋ। ਕੋਈ ਕੈਮਰਾ ਜਾਂ ਕੋਈ ਆਪਣਾ ਵੈਬ ਕੈਮ ਵਗੈਰਾ ਤੁਹਾਡੀ ਕੋਈ ਸਰਵੇਲੈਂਸ ਨਹੀਂ ਅਸੀਂ ਕਰ ਰਹੇ। ਇਟ ਇਜ਼ ਆਨਲਾਈਨ ਓਪਨ ਬੁੱਕ ਸਿਸਟਮ। ਆਨਲਾਈਨ ਦਾ ਮਤਲਬ ਹੈ ਤੁਸੀਂ ਘਰ ਬੈਠੇ ਦੇ ਰਹੇ ਹੋ, ਤੁਹਾਨੂੰ ਮੇਲ ਤੇ ਕੁਐਸਚਨ ਪੇਪਰ ਆ ਰਿਹਾ, ਤੁਸੀਂ PDF ਅਪਲੋਡ ਕਰ ਰਹੇ ਹੋ। ਔਰ ਓਪਨ ਬੁੱਕ ਦਾ ਮਤਲਬ ਹੈ ਕਿ ਤੁਸੀਂ ਆਪਣੇ ਘਰ ਬੈਠ ਕੇ ਯੂ ਕੈਨ ਯੂਜ਼ ਯੋਰ ਰੈਫਰੈਂਸਸ, ਫਾਈਨ, ਐਂਡ ਦੈਨ ਯੂ ਕੈਨ ਡੂ ਯੋਰ ਪੇਪਰ। ਤੁਹਾਨੂੰ ਕੈਮਰਾ ਚਲਾਉਣ ਦੀ ਲੋੜ ਨਹੀਂ, ਨਾ ਅਸੀਂ ਤੁਹਾਨੂੰ ਤੱਕਣਾ, ਨਾ ਸਾਨੂੰ ਵੇਖਣ ਦੀ ਲੋੜ ਹੈਗੀ ਹੈ। ਤੁਸੀਂ ਇਮਾਨਦਾਰੀ ਨਾਲ ਆਪਣਾ ਪੇਪਰ ਕਰਨਾ ਹੈਗਾ। 2 ਘੰਟੇ ਤੁਹਾਨੂੰ ਮਿਲਨੇ ਆ ਪੇਪਰ ਕਰਨ ਲਈ। 15 ਮਿੰਟ ਪਹਿਲੇ ਤੁਹਾਡਾ ਪੇਪਰ ਆ ਜਾਣਾ, ਦੈਟ ਮੀਨਸ 2.25 ਘੰਟੇ ਆ ਗਏ। ਯੂ ਕੈਨ ਸਟਾਰਟ ਦ ਮੋਮੈਂਟ ਯੂ ਗੈਟ ਯੋਰ ਪੇਪਰ। ਤੁਹਾਨੂੰ ਪੇਪਰ ਮਿਲ ਗਿਆ। ਔਰ ਮੈਂ ਫਿਰ ਦੁਬਾਰਾ ਤੁਹਾਨੂੰ ਕਹਿ ਰਿਹਾ, ਜਿਹੜੇ ਬੱਚਿਆਂ ਨੂੰ ਮੇਲ ਤੇ ਪੇਪਰ ਨਹੀਂ ਮਿਲਿਆ ਉਹਨਾਂ ਨੂੰ ਉਹਦਾ PDF ਤੁਹਾਡੇ WhatsApp ਗਰੁੱਪ ਤੇ ਹੋਏਗਾ ਹੀ ਹੋਏਗਾ। ਦੈਟ ਮੀਨਸ ਅਗਰ ਤੁਸੀਂ ਮੇਲ ਮਿਸ ਕਰ ਗਏ, ਘਬਰਾਣਾ ਨਹੀਂ, ਆਪਣੇ WhatsApp 'ਤੇ ਜਾਓ, ਉੱਥੇ ਉਹ ਪੇਪਰ ਹੋਏਗਾ ਤੁਹਾਡੀ ਕਲਾਸ ਦਾ। ਨਹੀਂ ਹੈਗਾ, ਤੁਹਾਡੇ ਕੋਲੇ ਨੰਬਰ ਦਿੱਤੇ ਹੋਏ ਨੇ, ਔਰ ਕਿੰਦਾ ਨੰਬਰ ਦਿੱਤਾ? ਸੁਪਰਿੰਟੈਂਡੈਂਟ ਦਾ ਨੰਬਰ ਹੈਗਾ, ਮੇਰਾ ਨੰਬਰ ਉੱਥੇ ਹੈਗਾ ਐਜ਼ ਅ ਕੰਟਰੋਲਰ। ਉਸ ਤੋਂ ਬਾਅਦ ਤੁਹਾਡੇ ਕਲਰਕ ਦਾ ਨੰਬਰ ਹੈਗਾ, ਤੁਹਾਡੇ ਕੋਆਰਡੀਨੇਟਰ ਦਾ ਨੰਬਰ ਹੈਗਾ। ਤੁਹਾਨੂੰ ਕੋਈ ਦਿੱਕਤ ਨਹੀਂ ਆਉਣ ਵਾਲੀ, ਪੈਨਿਕ ਨਹੀਂ ਕਰਨਾ। ਸੋ ਆਈ ਹੋਪ ਯੂ ਆਰ ਕਲੀਅਰ। 20 ਪੇਜ ਪਲੇਨ ਜਾਂ ਲਾਈਨਡ, ਇਟ ਇਜ਼ ਯੋਰ ਵਿਸ਼, ਬਟ ਇਟ ਹੈਜ਼ ਟੂ ਬੀ A4 ਸਾਈਜ਼ ਦੇ ਬਿਨਾ ਤੁਸੀਂ ਪੇਪਰ ਨਹੀਂ ਕਰਨਾ, ਉਹ ਅਸੀਂ ਐਕਸੈਪਟ ਨਹੀਂ ਕਰਾਂਗੇ। So students, once you are finished with the paper, now the thing comes how you will send us paper. You will make PDF of it. So always remember, don't forget to put the first page on the front. So first page will be this page, what I showed you earlier. So first page and then your 20 pages. So make sure you have 21 pages in total. So this is your front page, then your answer sheets. So keep on attaching the answer sheets to it like this. Suppose these are your 20 pages. So you may use any software to make your PDF
you should have a single PDF. You will not send the single page. You will send only single PDF. You will click the photographs, make a combined PDF, and you will name the PDF as class underscore roll number underscore subject. For example, you are in a BA class, so BA underscore 12348 your roll number underscore your subject. Let's suppose you have a history paper. So this will be the name of your file. You will use this name. Or in case you feel any problem in putting underscore, you may directly write BA 12348 history. So this will also mean the same. So this will be your file name while uploading the PDF. ਬੇਟਾ ਤੁਹਾਨੂੰ ਦਿੱਕਤ ਕਿੱਥੇ ਆਣੀ ਹੈ PDF ਬਣਾਉਣ ਦੇ ਵਿੱਚ, ਖਾਸ ਕਰ ਜਿਹੜੇ ਬੱਚੇ ਕੰਪਿਊਟਰਸ ਨਾਲ ਜਾਂ PDF ਬਣਾਉਣ ਨਾਲ ਜ਼ਿਆਦਾ ਵਾਬਸਤਾ ਨਹੀਂ ਹੈਗੇ। ਸਭ ਤੋਂ ਪਹਿਲੇ ਤੁਹਾਡਾ ਟਾਈਟਲ ਪੇਜ ਆਣਾ ਹੀ ਆਣਾ ਹਮੇਸ਼ਾ। ਉਸ ਤੋਂ ਬਾਅਦ ਤੁਹਾਡੇ ਜਿਹੜੇ ਪੇਜ ਹੈਗੇ ਨੇ 1 2 3 4 5 6 7 8 ਇਸ ਤਰ੍ਹਾਂ ਕਰਕੇ ਆ 20 ਪੇਜ ਪਲੱਸ 21 ਪੇਜਾਂ ਦੀ ਤੁਹਾਡੀ ਫਾਈਲ ਬਣ ਗਈ। ਇਹਦਾ ਤੁਸੀਂ PDF ਬਣਾਉਣਾ, ਪਰ 20 PDF ਨਹੀਂ ਬਣਾਣੇ, ਇੱਕੋ PDF 'ਚ ਅਸੈਂਬਲ ਕਰਨਾ। ਇੱਕ ਮੇਰੀ ਰਾਏ ਹੈ, ਜਿਹੜੇ ਬੱਚਿਆਂ ਨੂੰ PDF ਨਹੀਂ ਬਣਾਉਣਾ ਆਉਂਦਾ ਉਹ ਆਪਣੇ ਕਿਸੇ ਦੋਸਤ ਨੂੰ, ਆਪਣੇ ਕਿਸੇ ਮਿੱਤਰ ਨੂੰ ਜਾਂ ਕੋਈ ਵੀ ਬੰਦਾ ਜਿਹੜਾ ਤੁਹਾਡਾ ਵਾਕਿਫ ਹੈ ਉਹਨੂੰ ਇੰਗੇਜ ਕਰ ਲਓ ਕਿ ਬਾਈ ਮੈਨੂੰ ਉਸ ਵੇਲੇ PDF ਬਣਾਉਣ ਦੇ ਵਿੱਚ ਮਦਦ ਕਰਨਾ। ਔਰ PDF ਬਣਾਉਣ ਦੀ ਪਹਿਲੇ ਤੁਸੀਂ ਰਿਹਰਸਲ ਵੀ ਕਰ ਲਓ, ਇੱਕ ਦੋ ਵਾਰੀ ਕੋਸ਼ਿਸ਼ ਕਰੋ ਕਿ ਤੁਹਾਡਾ PDF ਬਣ ਜਾਏਗਾ। ਔਰ ਤੁਸੀਂ ਖੁਦ ਵੀ ਚੈੱਕ ਕਰਨਾ ਕਿ ਤੁਹਾਡਾ PDF ਕਲੀਅਰ ਹੈ ਕਿ ਨਹੀਂ। ਇਹ ਨਾ ਹੋਵੇ ਤੁੜਿਆ ਮੁੜਿਆ PDF ਹੋਵੇ, ਅਸੀਂ ਰਿਜੈਕਟ ਕਰ ਦਈਏ, ਬਾਅਦ ਦੇ ਵਿੱਚ ਤੁਹਾਨੂੰ ਨੰਬਰ ਤੁਹਾਨੂੰ ਦਿੱਕਤ ਆ ਜਾਵੇ। ਸੋ PDF ਇੱਕ ਬਣਨਾ, ਉਹਦੇ 'ਚ 21 ਪੇਜ ਹੋਣਗੇ, ਪਹਿਲਾ ਪੇਜ ਜਮਾ 20 ਫਾਈਨ। ਉਸ PDF ਫਾਈਲ ਦਾ ਨਾਂ ਰੱਖਣਾ ਕਿ ਪਹਿਲੇ ਤੁਹਾਡੀ ਕਲਾਸ, ਉਸ ਤੋਂ ਬਾਅਦ ਤੁਹਾਡਾ ਰੋਲ ਨੰਬਰ, ਉਸ ਤੋਂ ਬਾਅਦ ਤੁਹਾਡਾ ਸਬਜੈਕਟ। ਇਜ਼ ਦੈਟ ਕਲੀਅਰ? ਤੁਹਾਨੂੰ ਅਸੀਂ ਇੱਕ ਇਹਦਾ ਸਪੈਸੀਮਨ ਭੇਜਾਂਗੇ ਨਾਲ। ਤੁਹਾਨੂੰ 3 ਚੀਜ਼ਾਂ ਆਣਗੀਆਂ, ਟਾਈਟਲ ਪੇਜ ਦਾ PDF ਆਏਗਾ, ਤੁਹਾਡੇ ਕੋਲ ਫਾਰਮੈਟ ਆਏਗਾ, ਔਰ ਤੁਹਾਡੇ ਕੋਲ ਆ ਚੀਜ਼ਾਂ ਆਣਗੀਆਂ। ਵੈਸੇ ਇੰਸਟਰਕਸ਼ਨਸ ਦੇ ਵਿੱਚ ਅਸੀਂ ਦੇ ਚੁੱਕੇ ਹਾਂ, ਦੁਬਾਰਾ ਦੇਵਾਂਗੇ। ਜਦੋਂ ਤੁਹਾਡਾ PDF ਅਪਲੋਡ ਹੋ ਜਾਵੇ, PDF ਪ੍ਰਿਪੇਅਰ ਹੋ ਜਾਏ, ਉਸ ਤੋਂ ਬਾਅਦ ਤੁਸੀਂ ਉਸ ਨੂੰ ਅਪਲੋਡ ਕਰਨਾ। ਹੁਣ ਅਪਲੋਡਿੰਗ ਦੇ 2 ਤਰੀਕੇ ਨੇ। ਪਹਿਲਾ ਤਰੀਕਾ ਜਿਹੜਾ ਯੂਨੀਵਰਸਿਟੀ ਨੇ ਕਿਹਾ ਤੁਸੀਂ ਉਹੀ ਕਰਨਾ, ਉਹ ਹੈ ਮੇਲ ਦੇ ਉੱਤੇ ਪਾਣਾ। ਜਿਹੜੇ ਮੇਲ ਤੋਂ ਤੁਹਾਨੂੰ ਕੁਐਸਚਨ ਪੇਪਰ ਆਇਆ, ਜਿਹੜੀ ਮੇਲ ID ਤੋਂ ਤੁਹਾਨੂੰ ਕੁਐਸਚਨ ਪੇਪਰ ਆਇਆ, ਉਸੇ ਮੇਲ ID ਤੇ ਤੁਸੀਂ ਆਪਣਾ PDF ਪਾਣਾ। ਮੰਨ ਲਓ ਤੁਹਾਡੀ ਮੇਲ ID ਉਸ ਦਿਨ ਕੰਮ ਨਹੀਂ ਕਰ ਰਹੀ, ਇਹਦਾ ਮਤਲਬ ਹੈ ਕਿ ਤੁਸੀਂ PDF ਜਿਹੜਾ ਕੁਐਸਚਨ ਪੇਪਰ ਦਾ ਉਹ WhatsApp ਤੋਂ ਚੁੱਕਿਆ। ਉਸ ਕੇਸ 'ਚ ਤੁਸੀਂ WhatsApp ਦੇ ਵਿੱਚ ਹੀ ਆਪਣਾ PDF ਪਾ ਦੇਣਾ, ਲੇਕਿਨ ਉਸੇ ਦਿਨ ਉਸ ਨੂੰ ਮੇਲ ਵੀ ਕਰਨਾ। ਦਿਸ ਇਜ਼ ਵੈਰੀ ਇੰਪੋਰਟੈਂਟ। PDF ਜਿਹੜਾ ਹੈਗਾ, PDF ਫਾਈਲ ਜਿਹੜੀ ਹੈ ਉਹਨੂੰ ਮੇਲ ਵੀ ਕਰਨਾ ਹੈ, ਔਰ ਅਗਰ ਮੇਲ ਨਾ ਹੁੰਦਾ ਹੋਵੇ ਤੇ ਪਹਿਲੇ WhatsApp ਤੇ ਪਾਣਾ ਹੈ, WhatsApp ਤੇ ਪਾ ਕੇ ਫਿਰ ਤੁਸੀਂ ਉਸ ਨੂੰ ਮੇਲ ਵੀ ਕਰਨਾ, ਲੇਕਿਨ ਮੇਲ ਕਰਨਾ ਜ਼ਰੂਰੀ ਹੈ। So students, you will be having 30 minutes after your exam. For example, your paper will be completed at 1 o'clock. Then you will be having time till 1:30. After that, no paper will be entertained. So you have to mail us on the same mail ID from which you will receive the question paper, and also you have to give by WhatsApp if you face any problem in email. But if you face any problem in email, then you must write in the WhatsApp group that you are sending it by WhatsApp group since you have a problem in email. So but on the same day till night you have to send it by email, that is most urgent. Now what are the steps to get exit? Now once your mail is sent or your PDF file is uploaded through mail or through WhatsApp, then you have to exit. But I should mention one point, that while clicking your photograph, don't take all extra item in your picture. Just scan your paper, edit it, and then make a PDF. Don't put all the tables, chairs, your bed sheets along into the paper, right? It will not look good. So you have to just scan your paper. Then once you are completed with the PDF uploading, you have to exit.
like we had a starting step of attendance, we have a exit step also. In the exit step, you have to write in your WhatsApp group your name, your roll number, and you have to write PDF uploaded and mailed. You both have to write. You have to write both these PDF uploaded and mailed. And in case you have a problem in mail, you must mention that I didn't mail yet, but will be mailing it later. So or soon. So you will write like Savita 12348, and you will write PDF uploaded. You must mention on WhatsApp or on mail, whichever mode you have. So university recommends us mail. WhatsApp is just for the safety purpose, in case your internet is slow or in case you are facing any problem. So always remember these steps, and there is no need to panic. Whole team will be there to help you out. In case you face any problem, you can always contact on the numbers you have in your instruction list. So thank you so much. ਬੇਟਾ ਘਬਰਾਉਣਾ ਨਹੀਂ, ਸਿੰਪਲ ਜੀ ਗੱਲ ਹੈ। ਮੈਂ ਫਿਰ ਤੁਹਾਨੂੰ ਕਹਿ ਰਿਹਾ, ਜਿਸ ਦਿਨ ਤੁਹਾਡਾ ਪੇਪਰ ਹੈ 30 ਮਿੰਟ ਪਹਿਲੇ ਅਟੈਂਡੈਂਸ ਆਪਣੀ ਮਾਰਕ ਕਰ ਦੇਣੀ। ਸਿੰਪਲ ਆਪਣਾ ਨਾਮ ਰੋਲ ਨੰਬਰ ਲਿਖਤਾ, ਤੁਹਾਨੂੰ ਕੁਐਸਚਨ ਪੇਪਰ 15 ਮਿੰਟ ਪਹਿਲੇ ਮਿਲ ਜਾਏਗਾ। ਮੇਲ ਤੇ ਮਿਲ ਗਿਆ ਖੋਲ ਲਓ, ਨਹੀਂ ਮਿਲਿਆ WhatsApp ਤੇ ਲੈ ਲਓ, ਪੇਪਰ ਸ਼ੁਰੂ ਕਰ ਦਿਓ। ਤੁਹਾਡੇ ਕੋਲੇ 15 ਮਿੰਟਸ ਪਲੱਸ 2 ਘੰਟੇ ਪਲੱਸ 30 ਮਿੰਟ, ਟੋਟਲ ਪੌਣੇ 3 ਘੰਟੇ ਹੈਗੇ ਨੇ। ਉਹਦੇ 'ਚ ਤੁਸੀਂ ਪੇਪਰ ਵੀ ਡਾਊਨਲੋਡ ਕਰਨਾ, ਪੇਪਰ ਪੜ੍ਹਨਾ ਵੀ ਹੈ, ਪੇਪਰ ਲਿਖਣਾ ਵੀ ਹੈ ਔਰ ਉਹਨੂੰ ਅਪਲੋਡ ਵੀ ਕਰਨਾ। ਸੋ ਇਟ ਇਜ਼ ਆਲ ਯੋਰ ਟਾਈਮ, ਤੁਸੀਂ ਮੈਨੇਜ ਕਰਨਾ। ਇਹ ਨਹੀਂ ਕਿ 2 ਘੰਟਿਆਂ ਮਗਰੋਂ ਅਸੀਂ ਕਵਾਂਗੇ ਕੋਈ ਘੰਟੀ ਨਹੀਂ ਵੱਜਣੀ ਉੱਥੇ, ਬਟ ਯੂ ਨੀਡ ਟੂ ਅਪਲੋਡ। ਸੋ ਅਪਲੋਡਿੰਗ ਦੇ ਲਈ ਮੈਂ ਤੁਹਾਨੂੰ ਕਹਿ ਰਿਹਾ, ਅੱਜ ਹੀ ਇੰਤਜ਼ਾਮ ਕਰ ਲਓ। ਜਿਹੜੇ ਬੱਚਿਆਂ ਨੂੰ ਅਪਲੋਡਿੰਗ ਨਹੀਂ ਆਉਂਦੀ ਜਾਂ PDF ਫਾਈਲਸ ਨਹੀਂ ਬਣਾਉਣੀਆਂ ਆਉਂਦੀਆਂ, ਉਹ ਆਪਣੇ ਦੋਸਤਾਂ ਕੋਲ ਜਾਓ, ਉੱਥੋਂ ਸਿੱਖੋ। ਔਰ ਜਿਵੇਂ ਮੈਡਮ ਨੇ ਕਿਹਾ, ਇੱਕ ਟੇਬਲ ਤੇ ਕੰਮ ਕਰਨਾ, ਬੈੱਡ ਤੇ ਬਹਿ ਕੇ ਨਹੀਂ ਕਰਨਾ। ਉਹਦੇ 'ਚ ਸਿਰਫ ਤੁਹਾਡੀਆਂ ਸ਼ੀਟਾਂ ਨਜ਼ਰ ਆਉਣੀਆਂ ਚਾਹੀਦੀਆਂ। ਕਈ ਵਾਰੀ ਕੀ ਹੁੰਦਾ, ਚਾਹ ਦਾ ਕੱਪ ਵੀ ਨਜ਼ਰ ਆਉਂਦਾ, ਬਾਕੀ ਵੀ ਚੀਜ਼ਾਂ ਨਜ਼ਰ ਆਉਂਦੀਆਂ, ਇਟ ਲੁਕਸ ਵੈਰੀ ਡਰਟੀ। ਫਾਈਨ, ਸਿਰਫ ਤੁਹਾਡੀਆਂ ਸ਼ੀਟਾਂ ਦੀ PDF ਬਣਨੀ ਚਾਹੀਦੀ ਹੈ। ਔਰ ਜਦੋਂ ਤੁਹਾਡੀ PDF ਅਪਲੋਡ ਹੋ ਜਾਵੇ, ਸਾਨੂੰ ਲਿਖ ਦੇਣਾ ਉਹਦੇ 'ਚ WhatsApp ਦੇ ਵਿੱਚ ਆਪਣਾ ਨਾਮ, ਆਪਣਾ ਰੋਲ ਨੰਬਰ ਕਿ ਜੀ PDF ਅਪਲੋਡਡ। ਮੰਨ ਲਓ ਤੁਹਾਡੀ ਮੇਲ ਕੰਮ ਨਹੀਂ ਕਰ ਰਹੀ, ਕੋਈ ਗੱਲ ਨਹੀਂ, WhatsApp ਤੇ ਪਾ ਦਿਓ। ਔਰ ਅਗਰ WhatsApp ਤੇ ਪਾਇਆ ਤੇ ਮੇਲ ਵੀ ਕਰਨੀ ਹੈ, ਔਰ ਅਗਰ ਮੇਲ ਹੋ ਗਿਆ ਤੇ ਲਿਖ ਦਿਓ ਆਪਣਾ ਨੇਮ, ਰੋਲ ਨੰਬਰ, PDF ਅਪਲੋਡਡ, ਮੇਲਡ। ਸਿੰਪਲ ਜੀ ਗੱਲ ਹੈਗੀ ਹੈ। ਬਲੂ ਪੈਨ ਇਸਤੇਮਾਲ ਕਰੋ, ਬਲੈਕ ਪੈਨਸ ਅਵੋਇਡ ਕਰੋ, ਮਾਰਕਰ ਔਰ ਜੈਲ ਪੈਨ ਬਿਲਕੁਲ ਇਸਤੇਮਾਲ ਨਹੀਂ ਕਰਨਾ। ਮੈਂ ਫੇਰ ਕਹਿ ਰਿਹਾ, ਕਈ ਬੱਚੇ ਬਾਰ-ਬਾਰ ਪੁੱਛੀ ਜਾਂਦੇ ਆ ਜੀ 20 ਸ਼ੀਟਾਂ, 10 ਸ਼ੀਟਾਂ, ਪਲੇਨ ਸ਼ੀਟਾਂ। ਪਲੇਨ ਔਰ ਲਾਈਨਡ ਕੋਈ ਫਰਕ ਨਹੀਂ, ਸਾਰਿਆਂ ਨੂੰ ਦੱਸ ਦਿਓ। ਅਗਰ ਪਲੇਨ ਲੈਂਦੇ ਹੋ ਤੇ ਅੱਗੇ ਪਿੱਛੇ 10 ਸ਼ੀਟਾਂ, ਅਗਰ ਲਾਈਨ ਲੈਂਦੇ ਹੋ ਤੇ 20 ਸ਼ੀਟਾਂ, ਤੁਹਾਡੀ ਮਰਜ਼ੀ ਹੈਗੀ ਹੈ। ਇਟ ਇਜ਼ ਅ ਵੈਰੀ ਸਿੰਪਲ ਪ੍ਰੋਸੀਜਰ। ਫਿਰ ਵੀ ਕੁਝ ਸਮਝ ਨਾ ਆਵੇ, ਆਪਣੇ WhatsApp ਗਰੁੱਪ ਦੇ ਵਿੱਚ ਜਾ ਕੇ ਸਾਨੂੰ ਕੁਐਰੀ ਪਾਓ, ਔਰ ਇਮਤਿਹਾਨ ਵਾਲੇ ਦਿਨ ਅਸੀਂ ਸਾਰੇ ਤੁਹਾਡੇ ਨਾਲ ਕਨੈਕਟਡ ਹੋਵਾਂਗੇ ਔਨ ਦ WhatsApp। ਸੋ ਆਪਣੇ ਆਪ ਨੂੰ ਇਕੱਲਾ ਨਾ ਮਹਿਸੂਸ ਕਰਨਾ। ਫਾਈਨ, ਡੂ ਯੋਰ ਪੇਪਰਸ ਐਂਡ ਬੈਸਟ ਆਫ ਲੱਕ ਫਰੋਮ ਦ ਕਾਲਜ, the principal sir and all of us. Thank you so much.